ਸਲਾਮ ਅਲੈਕਮ ਜੀ ਸਭ ਨੂੰ। ਮੈਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ। ਅੱਜ ਦੇ ਦਿਨ ਦੀ ਉਡੀਕ ਮੈਂ ਪਿਛਲੇ 2 ਸਾਲਾਂ ਤੋਂ ਕਰ ਰਿਹਾ ਸੀਗਾ। 2 ਸਾਲਾਂ ਤੋਂ ਇਹ ਪੰਜਾਬੀ ਭੰਗੜਾ, ਪੰਜਾਬੀ ਦਿਵਸ ਤੇ ਮੇਲਾ ਟੀਵੀ ਤੇ YouTube ਤੇ ਫੇਸਬੁੱਕ ਤੇ ਛੋਟੇ ਛੋਟੇ ਕਲਿੱਪ ਦੇਖਦਾ ਸੀ। ਮਨ 'ਚ ਖੁਆਇਸ਼ ਸੀ ਕਿ ਕਿਸੇ ਦਿਨ ਮੈਂ ਜ਼ਰੂਰ ਜਾਵਾਂਗਾ, ਪਰ ਪਿਛਲੇ 2 ਮਹੀਨਿਆਂ ਤੋਂ ਇੱਥੇ ਆਉਣ ਦਾ ਸਬੱਬ ਇਸ ਤਰ੍ਹਾਂ ਬਣਿਆ ਕਿ ਸਾਲ ਡੇਢ ਸਾਲ ਪਹਿਲਾਂ ਡਾਕਟਰ ਆਸਮਾ ਕਾਦਰੀ ਜੀ ਤੁਹਾਡੇ ਪੰਜਾਬੀ ਦੇ ਪ੍ਰੋਫੈਸਰ ਹੈਗੇ ਆ, ਉਹਨਾਂ ਨਾਲ ਮੇਲ ਮਿਲਾਪ ਹੋਇਆ ਥਰੂ ਵੈਬੀਨਾਰ। ਅਤੇ ਫਿਰ ਉਹਨਾਂ ਪੁੱਛਿਆ ਵੀ ਮੈਂ ਤੁਹਾਡੇ ਸਿੱਖ ਕਮਿਊਨਿਟੀ ਦੇ ਰੂਬਰੂ ਹੋਣਾ ਚਾਹੁੰਦੀ ਹਾਂ, ਅਤੇ ਅਸੀਂ ਉਹਨਾਂ ਨੂੰ ਉੱਥੇ ਸੱਦ ਕੇ ਗੁਰਦੁਆਰਾ ਸਾਹਿਬਾਨ 'ਚ ਬੁਲਾਇਆ। ਔਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਸੁਣਿਆ ਉਹ ਬਾਰ-ਬਾਰ ਇਹੀ ਕਹਿੰਦੇ ਸੀ ਕਿ ਸਾਡੇ ਘਰ ਲੈ ਕੇ ਆਓ। ਪਰਸਨਲੀ ਲੋਕਾਂ ਨੇ ਸੱਦਿਆ, ਤੋ ਇਸ ਤਰ੍ਹਾਂ ਤੁਹਾਡੇ ਨਾਲ ਲਿੰਕ ਸ਼ੁਰੂ ਹੋਏ। ਫਿਰ ਅੱਗੇ ਉਹਨਾਂ ਨੇ ਦੱਸਿਆ ਕਿ ਨਜਮ ਹੁਸੈਨ ਸੈਯਦ ਸਾਹਿਬ ਹਰ ਵੀਰਵਾਰ ਨੂੰ ਇੱਕ ਆਪਣਾ ਸੰਗਤ ਮੀਤ ਮਿਲਾਪ ਦਾ ਪ੍ਰੋਗਰਾਮ ਕਰਦੇ ਆ ਤੁਹਾਡੇ ਇੱਥੇ ਸ਼ਾਮ ਦੇ 5:30 ਵਜੇ, ਸਾਡੇ ਉੱਥੇ ਸਵੇਰੇ 8:30 ਵਜੇ ਹੁੰਦੇ ਆ, ਅਤੇ ਉਹ ਮੈਂ ਅਟੈਂਡ ਕਰਦਾ ਸੀ। ਉਹਦੇ ਨਾਲ ਸਾਡੀ ਇੱਦਾਂ ਜਾਣ ਪਛਾਣ ਹੁੰਦੀ ਤੁਹਾਡੇ ਪੰਜਾਬੀ ਦੇ ਮਤਲਬ ਵਿਕਾਸ ਵਾਸਤੇ ਜਾਂ ਪੰਜਾਬੀ ਦੀ ਪ੍ਰੋਗਰੈਸ ਵਾਸਤੇ ਜਾਂ ਤਰੱਕੀ ਵਾਸਤੇ ਮੈਂ ਉਹਨਾਂ ਦੀਆਂ 2 ਕਿਤਾਬਾਂ ਗੁਰਮੁਖੀ ਲਿਪੀ ਅੰਦਰ ਕੀਤਾ ਜੀ। ਤੁਹਾਡੀ ਸ਼ਾਹਮੁਖੀ ਉਹ ਬੋਲ ਦਿੰਦੇ ਆ ਅਤੇ ਮੈਂ ਗੁਰਮੁਖੀ 'ਚ ਲਿਖ ਲੈਣਾ। ਤਾਂ ਇੱਕ ਕਿਤਾਬ ਡਾਕਟਰ ਆਸਮਾ ਕਾਦਰੀ ਜੀ ਦੀ ਵਿਣਨਾਮਾ ਹੋਰ ਧਨ ਨਾਹੀਂ, ਇਹ ਵੀ ਮੈਂ ਲਿਪੀ ਅੰਦਰ ਕੀਤਾ ਜੀ। ਸੋ ਇਸ ਤਰ੍ਹਾਂ ਰਿਲੇਸ਼ਨ ਬਣਦੇ ਫਿਰ ਇਸ ਵਾਰੀ ਆਉਣ ਦਾ ਪ੍ਰੋਗਰਾਮ ਉਹਨਾਂ ਦੇ ਥਰੂ ਬਣ ਗਿਆ, ਨਹੀਂ ਤਾਂ ਵੀਜ਼ਾ ਲੈਣਾ ਮੁਸ਼ਕਲ ਹੁੰਦਾ ਹੈ। ਚਲੋ ਕਈ ਲੋਕ 2 ਨੰਬਰ 'ਚ ਕਰ ਦਿੰਦੇ, ਪਰ ਮੈਂ 2 ਨੰਬਰ ਦਾ ਕੰਮ ਨਹੀਂ ਕਰਦਾ ਜੀ। ਕਈ ਐਵੇਂ ਪੈਸੇ ਲੈ ਕੇ ਫਰਜੀ ਇਨਵੀਟੇਸ਼ਨ ਵੀ ਬਣਾ ਲੈਂਦੇ ਆ ਅਤੇ ਹੋਟਲ ਦੀ ਬੁਕਿੰਗ ਵੀ ਕਰ ਲੈਂਦੇ, ਪਰ ਨਹੀਂ, ਮੈਂ ਨਹੀਂ ਉਹ ਕਰਦਾ ਜੀ। ਹਾਂਜੀ, ਸੋ ਮੈਨੂੰ ਬਹੁਤ ਚੰਗਾ ਲੱਗਾ ਜੀ ਇੱਥੇ ਤੁਹਾਡੇ ਕੋਲ ਆ ਕੇ ਵੀ ਇੰਟਰਵਿਊ ਦੇ ਕੇ ਵੀ। ਬਾਕੀ ਇੱਥੇ ਲੋਕਾਂ ਦਾ ਜਿਹੜਾ ਪਿਆਰ ਮਿਲਿਆ, ਨਨਕਾਣਾ ਸਾਹਿਬ ਗਏ, ਪੰਜਾ ਸਾਹਿਬ ਗਏ, ਉਹਨਾਂ ਮਤਲਬ ਕਦੇ ਮਨ 'ਚ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਜਿਹੜੇ ਪਗੜੀ ਵੇਖ ਕੇ ਬਹੁਤ ਹੀ ਪੇਂਡੂ ਲੋਕ ਜਿਹੜੇ ਹੈਗੇ ਜਿਨ੍ਹਾਂ ਨੇ ਕਦੇ ਸਿੱਖ ਵੇਖਿਆ ਨਹੀਂ, ਉਹ ਕਹਿੰਦੇ ਨਹੀਂ ਅੱਜ ਤੁਹਾਨੂੰ ਜਾਣ ਨਹੀਂ ਦੇਣਾ, ਤੁਹਾਡੇ ਨਾਲ ਖੜ੍ਹ ਕੇ ਚਾਹ ਪੀਣੀ ਹੈ ਜਾਂ ਗੱਲਬਾਤ ਕਰਨੀ 10-10 ਮਿੰਟ 5-5 ਮਿੰਟ ਜ਼ਰੂਰ ਗੱਲਬਾਤ ਕਰਦੇ। ਸੋ ਮੈਨੂੰ ਬਹੁਤ ਚੰਗਾ ਲੱਗਾ ਜੀ ਕਿ ਤੁਹਾਡਾ ਉੱਦਮ ਜਿਹੜਾ ਹੈਗਾ ਪੰਜਾਬੀ ਦੇ ਵਿਕਾਸ ਵਾਸਤੇ, ਪੰਜਾਬੀ ਦੀ ਤਰੱਕੀ ਵਾਸਤੇ ਜਾਰੀ ਹੈ ਔਰ ਜਾਰੀ ਰਹਿਣਾ ਚਾਹੀਦਾ। ਔਰ ਇਸ ਉਪਰਾਲੇ ਨੂੰ ਦੇਖ ਕੇ ਹੋਰਨਾਂ ਮੁਲਕਾਂ 'ਚ ਰਹਿੰਦੇ ਪੰਜਾਬੀਆਂ ਨੂੰ ਵੀ ਇਹ ਸ਼ੁਰੂ ਕਰਨੇ ਚਾਹੀਦੇ ਮੇਲੇ ਕਿ ਪੰਜਾਬੀ ਦਿਵਸ ਮਨਾਈਏ ਆਪਾਂ। ਹਾਂਜੀ, ਅੱਗੇ ਕੋਈ ਹੋਰ ਸਵਾਲ? ਜਨਮ ਸਥਾਨ ਜਿਹੜਾ ਹੈਗਾ ਬਾਬਾ ਗੁਰੂ ਨਾਨਕ ਦਾ, ਉੱਧਰ ਵੀ ਤੁਸੀਂ ਗਏ ਹੋ? ਹਾਂਜੀ, ਨਨਕਾਣਾ ਸਾਹਿਬ 3-4 ਰੋਜ਼ ਪਹਿਲਾਂ ਜਾ ਕੇ ਆਏ ਹਾਂ, ਪੰਜਾ ਸਾਹਿਬ ਜਾ ਕੇ ਆਏ ਹਾਂ। ਹੁਣ ਸਾਡਾ ਆਪਣੇ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਦੇਖਣ ਦਾ ਵੀ ਪ੍ਰੋਗਰਾਮ ਹੈ, ਕਸੂਰ ਜਾਣ ਦਾ। ਸੋ ਇਸ ਤਰ੍ਹਾਂ ਦਾ ਮੈਂ ਆਇਆ ਤੇ ਜ਼ਰੂਰ ਦੇਖ ਕੇ ਜਾਵਾਂਗਾ। ਨਨਕਾਣਾ ਸਾਹਿਬ ਪਹਿਲਾਂ ਫੋਟੋਆਂ 'ਤੇ ਦੇਖਿਆ ਸੀ, ਅੱਜ ਜਿਹੜਾ ਨਨਕਾਣਾ ਸਾਹਿਬ ਅਸੀਂ ਉੱਥੇ ਜਾ ਕੇ ਨਮਸਕਾਰ ਕਰਕੇ ਆਏ ਬਾਬੇ ਦੇ ਦਰ 'ਤੇ। ਅਤੇ ਬਸ ਇਸ ਤਰ੍ਹਾਂ ਚੱਲੀ ਜਾਂਦਾ ਜੀ। ਸ਼ੇਖੂਪੁਰਾ ਵੀ ਜਾਣ ਦਾ ਵਿਚਾਰ ਹੈਗਾ ਜੀ। ਹਾਂਜੀ। ਤੇ ਕੀ ਅਹਿਸਾਸ ਸੀ ਤੁਹਾਡੇ ਜਦੋਂ ਤੁਸੀਂ ਉੱਧਰ ਗਏ? ਮੈਨੂੰ ਜਿਹੜੀ ਗੱਲ ਮੈਂ ਸਿਰਫ ਲੋਕਾਂ ਤੋਂ ਸੁਣੀ ਸੁਣਾਈ ਸੀ, ਉਹ ਅੱਖਾਂ ਨਾਲ ਦੇਖ ਕੇ ਮਹਿਸੂਸ ਹੋਇਆ ਕਿ ਮੈਂ ਵਾਕਿਆ ਹੀ ਬਾਬੇ ਦੇ ਦਰ 'ਤੇ ਆਇਆ ਜੀ। ਅੱਖਾਂ ਨਾਲ ਦੇਖਣ ਦਾ ਕੁਛ ਗੱਲ ਹੋਰ ਹੁੰਦੀ ਹੈ, ਸੁਣੀ ਸੁਣਾਈ ਕੁਛ ਗੱਲ ਹੋਰ ਹੁੰਦੀ ਹੈ। ਬਾਕੀ ਮੈਨੂੰ ਸਭ ਠੀਕ ਲੱਗਾ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੈ ਬਈ। ਬਾਬਾ ਨਾਨਕ ਨੇ ਜਿਹੜੀ ਸਿੱਖਿਆ ਦਿੱਤੀ, ਮੈਂ ਉਹਦੇ ਨਾਲ ਪਿਛਲੇ ਤਕਰੀਬਨ 40 ਸਾਲ ਤੋਂ ਜੁੜਿਆ। ਉਹਨਾਂ ਦੀ ਦਰਅਸਲ ਜੀ ਉਹਨਾਂ ਨੇ ਜੇ ਉਹ ਮੈਸੇਜ ਦਿੱਤਾ ਨਾ, ਉਹਦੇ ਨਾਲ ਜ਼ਿਆਦਾ ਜੁੜਨਾ ਜ਼ਿਆਦਾ ਜ਼ਰੂਰੀ ਹੁੰਦਾ। ਬਿਲਡਿੰਗਾਂ ਦੇ ਨਾਲ ਜੁੜਨਾ ਮੈਂ ਸਮਝਦਾ ਠੀਕ ਨਹੀਂ ਹੁੰਦਾ। ਬਾਕੀ ਬਣਿਆ ਤਾਂ ਹੁਣ ਜਨਮ ਸਥਾਨ ਹੈ, ਅਕਸਰ ਉੱਥੇ ਗੁਰਦੁਆਰਾ ਤਾਂ ਬਣੇਗਾ ਹੀ, ਪਰ ਮੈਂ ਜ਼ਿਆਦਾ ਪ੍ਰੈਫਰੈਂਸ ਦੇਣਾ ਜੀ ਉਹਨਾਂ ਨੇ ਪੋਇਟਰੀ ਦੇ ਵਿੱਚ ਲਿਖਿਆ, ਅਸੀਂ ਉਹਨੂੰ ਪੜ੍ਹਦੇ ਹਾਂ, ਅਸੀਂ ਉਹਨੂੰ ਸਮਝਦੇ ਹਾਂ ਜਾਂ ਨਹੀਂ ਸਮਝਦੇ। ਹਾਂਜੀ, ਤੁਸੀਂ ਕਿਹਾ ਕਿ ਮੈਂ ਇੰਝ ਮੈਸੇਜ ਦਿੰਦਾ, ਯਾਨੀ ਕਿ ਤੁਸੀਂ ਰਾਈਟਰ ਵੀ ਹੈਗੇ ਹੋ? ਹਾਂਜੀ, ਮੈਂ ਪਿਛਲੇ ਤਕਰੀਬਨ ਕੈਨੇਡਾ 'ਚ ਜਾ ਕੇ 25 ਸਾਲ ਤੋਂ ਥੋੜ੍ਹੇ 2-4 ਮਹੀਨੇ ਉੱਪਰ ਹੀ ਹੋ ਗਏ। ਅਖਬਾਰਾਂ ਵਾਸਤੇ ਲਿਖਦਾ ਵੀ ਹਾਂ, ਫਿਰ ਮੈਂ ਸਪੀਕਰ ਵੀ ਹਾਂ ਜੀ। ਟੀਵੀ 'ਤੇ ਵੀ ਮੈਂ ਗੁਰਬਾਣੀ ਟੀਵੀ ਅੱਜ ਕੱਲ੍ਹ ਮੇਰੇ ਖਿਆਲ ਕੋਈ ਹੋਰ ਸੱਜਣ ਚਲਾਉਂਦਾ। ਪਹਿਲਾਂ ਸਾਡੇ ਰਘਬੀਰ ਸਿੰਘ ਸਮਾਗ ਸੀਗੇ, ਉਹ ਗੁਰਬਾਣੀ ਟੀਵੀ ਚਲਾਉਂਦੇ ਸੀ। ਉੱਥੇ ਮੈਂ ਤਕਰੀਬਨ ਸਾਲ ਦੇ ਵਿੱਚ 10 ਜਾਂ 12 ਇੰਟਰਵਿਊ ਦੇ ਕੇ ਆਉਂਦਾ ਸੀ ਗੁਰਬਾਣੀ ਦੇ। ਬਾਬਾ ਫਰੀਦ ਦਾ ਕਲਾਮ ਕੀ ਕਹਿੰਦਾ, ਬਾਬਾ ਕਬੀਰ ਦਾ ਕਲਾਮ ਕੀ ਕਹਿੰਦਾ, ਬਾਬਾ ਨਾਨਕ ਦਾ ਕਲਾਮ ਕੀ ਕਹਿੰਦਾ। ਔਰ ਬਹੁਤ ਸਾਰੇ ਲੋਕਾਂ ਦੇ ਭਰਮ ਭੁਲੇਖੇ ਦੂਰ ਹੋਏ ਹੈ। ਸਾਨੂੰ ਜਿਹੜੀ ਗੁਰਬਾਣੀ ਹੈ ਨਾ, ਜਿਹੜਾ ਬਾਬਾ ਫਰੀਦ ਦਾ ਕਲਾਮ ਹੈਗਾ, ਉਹ ਇਹ ਦੱਸਦਾ ਕਿ ਬਾਬਾ ਫਰੀਦ ਦਾ ਕਲਾਮ, ਭਗਤ ਕਬੀਰ ਦਾ, ਬਾਬੇ ਨਾਨਕ ਦਾ ਕਲਾਮ ਇੱਕੋ ਹੀ ਹੈ। ਚਾਹੇ ਉਹ ਇਸਲਾਮ ਨੂੰ ਮੰਨਣ ਵਾਲੇ ਆ, ਚਾਹੇ ਉਹ ਹਿੰਦੂਇਜ਼ਮ ਦੇ ਹੈ, ਲੋਕ ਕਿਸੇ ਦੇ ਵੀ ਹੈ, ਪਰ ਜਿਹੜਾ ਸੱਚ ਹੈ ਨਾ, ਸੱਚ ਦੁਨੀਆ 'ਤੇ ਇੱਕੋ ਹੀ ਹੁੰਦਾ ਹੈ।
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਜਿਹੜੀ ਡੈਫੀਨੇਸ਼ਨ ਹੈਗੀ ਹੈ ਜੀ, ਇਹ ਜਿਹੜੀ ਪਰਿਭਾਸ਼ਾ ਹੈਗੀ ਹੈ, ਇਹੀ ਬਾਬਾ ਫਰੀਦ ਕਹਿੰਦੇ। ਬਾਬਾ ਫਰੀਦ ਕਹਿੰਦੇ ਆ, ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ, ਜੋ ਗੁਰ ਦੱਸੈ ਵਾਟ ਮਰੀਦਾਂ ਜੋਲੀ ਹੈ। ਸੱਚ ਦੀ ਗੱਲ ਹੈ, ਸੱਚ ਸਾਨੂੰ ਜ਼ਿੰਦਗੀ 'ਚ ਜਿਉਣਾ ਚਾਹੀਦਾ ਹੈ। ਜੋ ਗੁਰ ਦੱਸੈ, ਗੁਰ ਕੀ ਹੈ? ਨੁਕਤਾ, ਗਿਆਨ ਸਾਨੂੰ ਦੱਸਦਾ ਵੀ ਸੱਚ ਜ਼ਿੰਦਗੀ 'ਚ ਅਪਣਾਓ। ਅਤੇ ਬਾਬਾ ਨਾਨਕ ਵੀ ਇਹ ਕਹਿੰਦੇ ਆ, ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਜਾਂ ਜਿੱਥੇ ਹੋ ਜਾਈ ਸਭਨੀ ਤਾਈ, ਜਿੱਥੇ ਹੋ ਜਾਈ ਤੂੰ ਸੱਚ ਸਾਹਿਬ ਮੇਰਾ। ਸੱਚ ਸਾਹਿਬ ਆ ਉਹਦਾ, ਬਾਬੇ ਨਾਨਕ ਦਾ ਗੁਰੂ ਸੱਚ ਹੈਗਾ, ਉਹਦਾ ਗੁਰੂ ਕੋਈ ਹੋਰ ਨਹੀਂ ਹੈਗਾ। ਕਈ ਲੋਕਾਂ ਨੇ ਬਣਾਤਾ ਬਾਬੇ ਨਾਨਕ ਦਾ ਗੁਰੂ ਫਲਾਣ ਸੀ, ਨਹੀਂ। ਬਾਬਾ ਨਾਨਕ ਆਪ ਕਹਿੰਦਾ ਵੀ ਮੈਂ ਸੱਚ ਦਾ ਮਤਲਬ ਗੁਲਾਮ ਹੈਗਾ। ਮੈਂ ਬੰਦਾ ਬੈ ਖਰੀਦ, ਬਿਲਕੁਲ ਬੈ ਖਰੀਦ ਹੁੰਦੀ ਹੈ ਵੀ ਜਿਹੜੇ ਬੰਦੇ ਨੇ ਜ਼ਮੀਨ ਖਰੀਦ ਲਈ ਉਹ ਉਹਦੀ ਹੋ ਗਈ, ਅਤੇ ਮੈਂ ਸੱਚ ਦਾ ਗੁਲਾਮ ਹਾਂ, ਮੈਂ ਸੱਚ ਦਾ ਖਰੀਦਿਆ ਹੋਇਆ ਬੰਦਾ। ਸੋ ਬਾਬਾ ਫਰੀਦ ਦੇ ਕਲਾਮ 'ਚ, ਬਾਬੇ ਨਾਨਕ ਦੇ ਕਲਾਮ 'ਚ, ਭਗਤ ਕਬੀਰ ਦੇ ਕਲਾਮ 'ਚ ਕੋਈ ਅੰਤਰ ਨਹੀਂ ਹੈ। ਅੰਤਰ ਸਿਰਫ ਲਿਪੀ ਦਾ ਹੋ ਸਕਦਾ, ਜਾਂ ਉਹਨਾਂ ਦੇ ਹਿੰਦੂਇਜ਼ਮ ਜਾਂ ਇਸਲਾਮ 'ਚ ਪੈਦਾ ਹੋਣ ਦਾ ਹੋ ਸਕਦਾ, ਪਰ ਉਹਨਾਂ ਦੀ ਜਿਹੜੀ ਥਿਊਰੀ ਹੈਗੀ ਹੈ, ਜਿਹੜਾ ਉਹਨਾਂ ਦਾ ਸਾਨੂੰ ਸੁਨੇਹਾ ਹੈਗਾ, ਉਹ ਸਾਰਾ ਇੱਕੋ ਹੀ ਹੈ। ਹਾਂਜੀ। ਇੱਧਰ ਆਏ ਹੋ ਤੇ ਕੋਈ ਸਿਕਿਉਰਿਟੀ ਇਸ਼ੂਜ਼ ਜਾਂ ਕੋਈ ਹੋਰ ਚੀਜ਼ ਤੁਹਾਨੂੰ ਮਨਫੀ ਵੇਖਣ ਨੂੰ ਮਿਲੀ ਹੋਏ? ਨਹੀਂ ਜੀ, ਕੋਈ ਸਿਕਿਉਰਿਟੀ ਇਸ਼ੂ ਨਹੀਂ ਜੀ। ਸਾਨੂੰ ਮੇਰੀ ਪਗੜੀ ਦੇਖ ਕੇ ਸਗੋਂ ਜਿਹੜੇ ਤੁਹਾਡੇ ਪੁਲਿਸ ਵਾਲੇ ਹੈ ਉਹ ਤਾਂ ਬੜਾ ਖੁਸ਼ ਹੁੰਦੇ ਆ। ਮੈਂ ਆਪ ਉੱਤਰ ਕੇ ਹੱਥ ਮਿਲਾ ਕੇ ਜਾਂਦਾ। ਮੈਨੂੰ ਕਿਸੇ ਤੋਂ ਕੋਈ ਡਰ ਨਹੀਂ ਹੈ ਜੀ। ਡਰ ਵੱਡੇ ਲੋਕਾਂ ਨੂੰ ਹੁੰਦਾ, ਮੈਂ ਤਾਂ ਇੱਕ ਛੋਟਾ ਜਿਹਾ ਬੰਦਾ, ਮੈਨੂੰ ਕਿਸੇ ਤੋਂ ਕੋਈ ਡਰ ਨਹੀਂ ਹੈ। ਸਿਕਿਉਰਿਟੀ ਦਾ ਕੋਈ ਇਸ਼ੂ ਨਹੀਂ। ਜਿੱਥੇ ਵੀ ਮੈਂ ਜਾਂਦਾ ਲੋਕ ਜੱਫੀ ਪਾ ਕੇ ਮਿਲਦੇ, ਮੈਂ ਆਪ ਜੱਫੀ ਪਾ ਕੇ ਮਿਲਦਾ। ਕੋਈ ਇੱਥੇ ਸਿਕਿਉਰਿਟੀ ਦਾ ਇਸ਼ੂ ਨਹੀਂ ਹੈਗਾ ਜੀ ਮੇਰੇ ਵਾਸਤੇ। ਤੇ ਵੇਖਣ ਵਾਲਿਆਂ ਨੂੰ ਕੀ ਪੈਗਾਮ ਦਿਓਗੇ ਕਿ ਆਉਣਾ ਚਾਹੀਦਾ ਹੈ ਬਿਨਾਂ ਡਰੇ, ਜਾਂ ਕੀ ਪੈਗਾਮ ਦਿਓਗੇ? ਸਾਨੂੰ ਸਭ ਨੂੰ ਪੰਜਾਬੀ ਦਿਵਸ ਮਨਾਉਣਾ ਚਾਹੀਦਾ ਹੈ, ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਵਾਸਤੇ ਉਤਸ਼ਾਹਿਤ ਹੋਣਾ ਚਾਹੀਦਾ ਹੈ। ਪੰਜਾਬੀ ਪ੍ਰੈਸ ਕਲੱਬ ਦੇ ਵਿੱਚ ਤਾਂ 5ਵੀਂ ਤੱਕ ਪੰਜਾਬੀ ਪੜ੍ਹਾਈ ਜਾਣ ਦੀ ਡਿਮਾਂਡ ਕੀਤੀ ਸੀ। ਉਹਨਾਂ ਦੀ ਖੁਆਇਸ਼ ਸੀ ਪੰਜਾਬੀ ਲਾਜ਼ਮੀ ਹੋਵੇ 5ਵੀਂ ਤੱਕ, ਪਰ ਮੈਂ ਕਹਿੰਦਾ ਘੱਟੋ ਘੱਟ 10ਵੀਂ ਤੱਕ ਲਾਜ਼ਮੀ ਹੋਵੇ। ਅੱਗੇ ਉਹਦੀ ਮਰਜ਼ੀ ਹੈ ਪੜ੍ਹਨੀ ਜਾਂ ਨਾ ਪੜ੍ਹਨੀ, ਪਰ ਜੇ ਬੱਚਿਆਂ ਨੂੰ ਅਸੀਂ ਆਪਾਂ ਘਰੋਂ ਪੰਜਾਬੀ ਸਿਖਾਵਾਂਗੇ ਅਤੇ ਫਿਰ ਉਹ ਜ਼ਰੂਰ ਪੰਜਾਬੀ ਪੜ੍ਹਨਗੇ। ਸਾਡੀਆਂ ਜਿੰਨਾ ਚਿਰ ਮਾਵਾਂ ਨੂੰ ਨਹੀਂ ਆਉਂਦਾ ਕੁਝ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦਾ। ਕੋਈ ਨਵਾਂ ਵਿਆਹਿਆ ਜੋੜਾ ਕਿਸੇ ਫਕੀਰ ਕੋਲ ਜਾਂਦਾ, ਉਹਨਾਂ ਨੂੰ ਕਹਿੰਦੇ ਬਾਬਾ ਜੀ ਅਸੀਂ ਬੱਚੇ ਨੂੰ ਪੰਜਾਬੀ ਸਿਖਾਉਣੀ ਹੈ, ਅਸੀਂ ਬੱਚੇ ਨੂੰ ਕੀ ਸਿਖਾਈਏ, ਕਿਵੇਂ ਸਿਖਾਈਏ ਅਤੇ ਕਦੋਂ ਸਿਖਾਈਏ? ਉਹ ਕਹਿੰਦਾ ਜੀ ਬੱਚੇ ਨੂੰ ਜਨਮ ਹੋਣ ਤੋਂ 3 ਸਾਲ ਪਹਿਲਾਂ ਸਿਖਾਉਣਾ ਸ਼ੁਰੂ ਕਰੋ। ਉਹ ਕਹਿੰਦੇ ਇਹ ਕਿਵੇਂ ਹੋਏਗਾ? ਕਹਿੰਦਾ ਜਦ ਤੁਹਾਨੂੰ ਆਉਂਦਾ ਹੀ ਨਹੀਂ ਕੁਝ, ਤੁਸੀਂ ਬੱਚੇ ਨੂੰ ਕੀ ਸਿਖਾਓਗੇ? ਬੱਚਾ ਪੈਦਾ ਕਰਨ ਤੋਂ ਪਹਿਲਾਂ ਆਪ ਸਿੱਖੋ, ਤੁਸੀਂ ਬੱਚੇ ਨੂੰ ਕੀ ਸਿਖਾਉਣਾ ਚਾਹੁੰਦੇ ਹੋ। ਸਾਡੀ ਤਰਾਸਦੀ ਇਹੀ ਹੈ ਕਿ ਸਾਡੇ ਅੱਜ ਨਵੇਂ ਵਿਆਹੇ ਜੋੜੇ ਹੈਗੇ ਆ, ਉਹ ਟੀਵੀ ਕਲਚਰ ਦੇ ਰਾਹੀਂ, ਉਹ ਟੀਵੀ ਨਾਲ ਜੁੜੇ ਹੋਏ, ਉਹਨਾਂ ਨੂੰ ਆਉਂਦਾ ਹੀ ਨਹੀਂ ਕੁਝ ਵੀ। ਨਾ ਉਹਨਾਂ ਨੂੰ ਪੰਜਾਬੀ ਆਉਂਦੀ ਹੈ, ਨਾ ਉਹਨਾਂ ਨੂੰ ਪੰਜਾਬੀ ਕਲਚਰ ਆਉਂਦਾ, ਨਾ ਉਹਨੂੰ ਪੰਜਾਬੀ 'ਚ ਗਾਲਾਂ ਕੱਢਣੀਆਂ ਆਉਂਦੀਆਂ, ਨਾ ਉਹਨਾਂ ਨੂੰ ਪੰਜਾਬੀ 'ਚ ਉਸਤਤ ਕਰਨੀ ਆਉਂਦੀ ਹੈ। ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ, ਉਹ ਆਪਣੇ ਬੱਚਿਆਂ ਨੂੰ ਕੀ ਦੱਸਣਗੇ? ਸੋ ਇਸ ਕਰਕੇ ਸਾਨੂੰ ਪਹਿਲਾਂ ਆਪ ਪੰਜਾਬੀ ਨਾਲ ਜੁੜਨਾ ਪਏਗਾ, ਤਾਂ ਹੀ ਅਸੀਂ ਪੰਜਾਬੀ ਬੱਚਿਆਂ ਨੂੰ ਸਿਖਾ ਪਾਵਾਂਗੇ, ਔਰ ਬੱਚੇ ਜੁੜ ਜਾਣਗੇ ਜੀ ਪੰਜਾਬੀ ਨਾਲ। ਕਿ ਮੈਂ ਬੜਾ ਦੇਖਿਆ ਬੱਚੇ ਕੈਨੇਡਾ ਅਮਰੀਕਾ ਰਹਿੰਦੇ, ਇੰਗਲੈਂਡ ਰਹਿੰਦੇ, ਪੰਜਾਬੀ ਸਕੂਲ ਖੋਲ੍ਹੇ ਹੋਏ ਆ, ਪੰਜਾਬੀ ਪੜ੍ਹਾਉਂਦੇ ਆ, ਔਰ ਕੋਈ ਦਿਨ ਆਏਗਾ ਕਿ ਪੰਜਾਬੀ ਹੋਰ ਕਰੋੜਾਂ ਦੀ ਤਾਦਾਦ 'ਚ ਪੰਜਾਬੀ ਬੋਲਣਗੇ, ਸਿੱਖਣਗੇ। ਭਾਰਤ ਵਿੱਚ ਜਿਹੜਾ ਹੈਗਾ ਨਾ ਸਿੱਖ ਕਮਿਊਨਿਟੀ, ਉਹ ਆਪਣੇ ਹਕੂਕ ਲਈ ਬਾਹਰ ਨਿਕਲ ਕੇ ਤੇ ਪ੍ਰੋਟੈਸਟ ਕਰਦੇ ਪਏ ਨੇ ਕਿ ਸਾਨੂੰ ਵੀ ਹਕੂਕ ਦਿਓ। ਤੇ ਕੀ ਹਕੂਕ ਹੈਗੇ ਨੇ ਜਿਹੜੇ ਉਹਨਾਂ ਨੂੰ ਨਹੀਂ ਮਿਲਦੇ ਪਏ ਨੇ, ਜਾਂ ਕੀ ਮੁਸ਼ਕਿਲਾਤ ਹੈਗੀਆਂ ਨੇ ਜਿਹੜੀਆਂ ਉਹ ਫੇਸ ਕਰਦੇ ਪਏ ਨੇ? ਜਿਹੜੀ ਮਿਨੋਰਟੀ ਹੁੰਦੀ ਹੈ ਜੀ, ਉਹਨੂੰ ਨਾ ਮੈਜੋਰਟੀ ਹਮੇਸ਼ਾ ਇੱਦਾਂ ਹੀ ਤੰਗ ਕਰਦੀ ਹੈ। ਪੰਜਾਬ ਬਣਨ ਦੇ ਨਾਲ ਜਾਂ ਪੰਜਾਬੀ ਸੂਬਾ ਬਣਨ ਦੇ ਨਾਲ ਉਹ ਹੱਕ ਹਕੂਕ ਮਿਲੇ ਨਹੀਂ। ਮੈਂ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਦਿੱਲੀ ਤੋਂ ਸ਼ੁਰੂ ਕਰ ਲੈਣਾ। ਦਿੱਲੀ ਦੇ ਕੇਜਰੀਵਾਲ ਚੀਫ ਮਿਨਿਸਟਰ ਹੈਗੇ ਆ, ਉਹਨਾਂ ਨੇ ਦੱਸਿਆ ਕਿ ਦਿੱਲੀ ਦੇ ਲੋਕ 2 ਲੱਖ ਕਰੋੜ ਰੁਪਈਆ ਟੈਕਸ ਭਰਦੇ ਆ ਸੈਂਟਰਲ ਗੌਰਮੈਂਟ ਨੂੰ, ਅਤੇ ਸੈਂਟਰਲ ਗੌਰਮੈਂਟ ਕਿਸੇ ਹੋਰ ਪਾਰਟੀ ਦੀ ਹੈ। ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਦਿੱਲੀ 'ਚ, ਉਹਨਾਂ ਨੂੰ ਵਾਪਸ 325 ਕਰੋੜ ਮਿਲਦਾ। 2 ਲੱਖ ਕਰੋੜ ਰੁਪਈਆ ਟੈਕਸ ਭਰ ਕੇ 325 ਕਰੋੜ ਮਿਲ ਰਿਹਾ। ਇਹ ਹਰ ਥਾਂ ਇੱਦਾਂ ਹੀ ਹੋਏਗਾ। ਦਿੱਲੀ 'ਚ ਕੋਈ ਸਿੱਖ ਨਹੀਂ ਹੈ, ਉੱਥੇ ਹਿੰਦੂ ਵੀ ਹੈ। ਮੈਂ ਪੰਜਾਬ ਨੂੰ ਪਾਸੇ ਛੱਡ ਦਿੰਦਾ। ਬਾਕੀ ਮਿਨੋਰਟੀ ਨਾਲ ਸਾਰਿਆਂ ਮੁਲਕਾਂ 'ਚ, ਚਾਹੇ ਇੱਥੇ ਹੋਵੇ, ਚਾਹੇ ਈਸਟ ਵਾਲਾ ਹੋਵੇ, ਚਾਹੇ ਵੈਸਟ ਵਾਲਾ ਪਾਸਾ, ਰੌਲਾ ਪਾਉਣਾ ਪਏਗਾ, ਫੇਰ ਹੀ ਮਿਲਦਾ ਹੁੰਦਾ। ਉਹਦਾ ਨਹੀਂ ਮਿਲਦਾ ਕੁਝ ਵੀ। ਹੱਕ ਮੰਗਿਆ ਨਹੀਂ ਮਿਲਦੇ, ਹੱਕ ਖੋਣੇ ਪੈਂਦੇ। ਹੱਕ ਸਾਡੇ ਕਿਸੇ ਨੇ ਖੋਹ ਲਏ, ਸਾਨੂੰ ਵੀ ਖੋਣੇ ਪੈਣਗੇ। ਧੰਨਵਾਦ ਜੀ। ਕਹਿੰਦੇ ਨੇ ਕਿ ਨਿਡਰ ਕੌਮ ਜਿਹੜੀ ਹੈਗੀ ਹੈ ਉਹ ਸਿੱਖ ਕੌਮ ਹੈ, ਤੁਸੀਂ ਇਸ ਬਾਰੇ ਵਿੱਚ ਕੀ ਕਹੋਗੇ?
ਨਹੀਂ ਜੀ, ਮੈਂ ਸਿੱਖ ਕੌਮ ਦੇ ਨਾਲ ਇਹ ਲਫ਼ਜ਼ ਜੋੜਨ ਤੋਂ ਪਹਿਲਾਂ ਕਹਾਂਗਾ ਪੰਜਾਬੀ ਨਿੱਗਰ ਹੈਗੇ ਆ। ਪੰਜਾਬੀ ਜਿਹੜੇ ਆ ਸਿਰਫ ਅਸੀਂ ਰਿਲੀਜਨ ਕਰਕੇ ਵੰਡੇ ਹੋਏ ਆ। ਤੁਹਾਡਾ ਬੋਲਚਾਲ, ਖਾਣਾ, ਡਰੈਸ ਜਾਂ ਜਿਹੜੀ ਅੰਦਰ ਤਸੀਰ ਹੈਗੀ ਹੈ ਉਹ ਇੱਕੋ ਹੀ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਜੀ, ਬਾਬਾ ਕਬੀਰ ਕਹਿੰਦੇ ਮਾਤ ਗਰਭ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦੇ ਤੇ ਸਭ ਉਤਪਾਤੀ। ਮਾਂ ਦੇ ਪੇਟ 'ਚ ਬੱਚੇ ਦਾ ਜਿਹੜਾ ਨਾ ਕੋਈ ਧਰਮ ਹੁੰਦਾ, ਨਾ ਉਹਦੀ ਕੋਈ ਬੋਲੀ ਹੁੰਦੀ ਹੈ। ਜਦੋਂ ਪੈਦਾ ਹੁੰਦਾ ਹੈ ਬਾਹਰ ਆ ਕੇ ਉਹ ਕੋਈ ਮੁਸਲਮਾਨ ਬਣਦਾ, ਕੋਈ ਸਿੱਖ ਬਣਦਾ, ਕੋਈ ਈਸਾਈ, ਕੋਈ ਹਿੰਦੂ, ਅਸੀਂ ਸਾਰੇ ਇੱਕ ਹੈ। ਜਿਹੜੇ ਇਸ ਖਿੱਤੇ ਦੇ ਲੋਕ ਹੈਗੇ ਆ, ਉਹ ਜਿਸ ਤਰ੍ਹਾਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸਿਆਪੀਨ ਚੋਟਾਂ ਖਾਸੀ ਕੌਣ। ਇਹ ਜਿਹੜੀ ਸਪਿਰਿਟ ਸਾਨੂੰ ਬਾਬਾ ਫਰੀਦ ਦਿੰਦੇ ਹੈ, ਇਹੀ ਬਾਬਾ ਸਪਿਰਿਟ ਸਾਨੂੰ ਬਾਬਾ ਨਾਨਕ ਦਿੰਦੇ ਆ, ਇਹੀ ਭਗਤ ਕਬੀਰ ਜੀ ਦਿੰਦੇ ਆ। ਜਿੰਨਾ ਚਿਰ ਇਹ ਬਾਣੀ ਨਾਲ ਅਸੀਂ ਜੁੜਾਂਗੇ ਉਹਨਾਂ ਚਿਰ ਅਸੀਂ ਬਿਲਕੁਲ ਇੱਕੋ ਹੀ ਹੈ। ਈਸਟ ਵੈਸਟ ਕੋਈ ਦੋ ਨਹੀਂ ਹੈਗੇ। ਸਾਡੀ ਸਪਿਰਿਟ ਸਾਨੂੰ ਗੁਰਬਾਣੀ 'ਚੋਂ ਮਿਲਦੀ ਹੈ, ਸਾਡੇ ਹਾਇਰ ਲਿਟਰੇਚਰ 'ਚੋਂ ਮਿਲਦੀ ਹੈ, ਵਾਰਿਸ ਸ਼ਾਹ ਦੀ, ਬੁੱਲੇ ਸ਼ਾਹ ਦੇ ਕਲਾਮ 'ਚੋਂ ਮਿਲਦੀ ਹੈ। ਉਸ ਨਾਲ ਜੁੜਾਂਗੇ ਤੇ ਅਸੀਂ ਪੰਜਾਬੀ ਇੱਕ ਹੀ ਹੈ, ਦੋ ਨਹੀਂ ਹੈ। ਬਹੁਤ ਸ਼ੁਕਰੀਆ। ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਇੱਕ ਪੰਜਾਬ, ਸਾਂਝਾ ਪੰਜਾਬ। ਐਸੇ ਦੇ ਨਾਲ ਕਿੰਜ਼ਾ ਵਹੀਦ ਨੂੰ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ, ਪੰਜਾਬੀ ਪਾਇੰਦਾਬਾਦ।